ਜਾਨਵਰਾਂ ਨੂੰ ਹਵਾਨੇ ਦੇ ਮਸਾਇਲ ਖਾਸਕਰ ਥਣਾਂ ਦੇ ਵਿੱਚੋਂ ਫੁੱਟੀਆਂ ਆਣਾ, ਪਸ ਆਣਾ, ਬਲੱਡ ਆਣਾ ਫਾਰਮਰ ਦੀ ਕਾਫੀ ਬੜੀ ਪਰੇਸ਼ਾਨੀ ਹੈ। ਅੱਜ ਦੀ ਵੀਡੀਓ 'ਚ ਇਸ ਪਰੇਸ਼ਾਨੀ ਦਾ ਹੱਲ ਦੱਸਾਂਗੇ। ਲੇਕਿਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਤੁਹਾਨੂੰ ਤਾਰਫ ਕਰਾਵਾਂਗੇ। ਅੱਜ ਸਾਡੇ ਕੋਲ ਮੌਜੂਦ ਹੈ ਡਾਕਟਰ ਗੁਲਾਮ ਰਸੂਲ ਸਾਹਿਬ, ਲਾਈਫ ਸਟਾਕ ਦੇ ਬਿਹਤਰੀਨ ਵਰਕਰ ਨੇ, ਜ਼ਬਰਦਸਤ ਡਾਕਟਰ ਨੇ, ਫੀਲਡ ਦੇ ਵਿੱਚ ਇਹਨਾਂ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈ। ਦੇਸੀ ਤਰੀਕਾ ਵੀ ਤੁਹਾਨੂੰ ਵੀਡੀਓ 'ਚ ਦੱਸਾਂਗੇ, ਇੰਗਲਿਸ਼ ਵੀ ਦੱਸਾਂਗੇ। ਲੇਕਿਨ ਇਹ ਮਸਟਾਈਟਿਸ ਪ੍ਰੋਬਲਮ ਕਿਉਂ ਪੈਦਾ ਕਰ ਰਹੀ ਹੈ, ਖਾਸਕਰ ਇਸ ਬਾਰਿਸ਼ ਦੇ ਮੌਸਮ ਦੇ ਵਿੱਚ, ਇਹ ਡਾਕਟਰ ਸਾਹਿਬ ਤੁਹਾਨੂੰ ਦੱਸਣਗੇ। ਜੀ ਡਾਕਟਰ ਸਾਹਿਬ। अस्सलाम वालेकुम। अच्छा जी, साड़ू अजकल यानी मस्टाइटिस इस बरसात के मौसम में बहुत आम हो जाता है। उनकी वजह यह होती है कि एक तो नमी बहुत होती थले फर्श से, उनकी वजह तो जड़ा है इन्फेक्शन होता है, इन्फेक्शन फैलता है। मक्खियाँ होंदियां ने एक जगह तो दूसरी जगह जी गंदगी है वो लैके जांदियां ने, जिस वजह तो यह साड़ू होता है। मतलब जो जानवर ਦੀ ਮਿਲਕਿੰਗ ਹੁੰਦੀ ਨੇ ਉਸ ਤੋਂ ਬਾਅਦ ਉਹਦੇ ਜਿਹੜੇ ਟੀਟ ਦੇ ਸੁਰਾਖ ਨੇ, ਹੋਜ਼ ਨੇ, ਉਹ ਖੁੱਲ੍ਹੇ ਰਹਿੰਦੇ ਨੇ ਅਤੇ ਮੱਖੀਆਂ ਉੱਥੇ ਬਹਿੰਦੀਆਂ ਨੇ ਦੁੱਧ 'ਤੇ ਜਾ ਕੇ। ਉਹ ਮੱਖੀਆਂ ਦੇ ਉੱਤੇ ਜਰਾਸੀਮ ਹੁੰਦੇ ਨੇ, ਉਹ ਸਾੜੂ ਕਰਦੇ ਨੇ। ਦੂਸਰਾ ਹੈ ਕਿ ਇਸ ਮੌਸਮ ਵਿੱਚ ਜਾਨਵਰਾਂ ਨੂੰ ਤੇਜ਼ਾਬੀਅਤ ਦਾ ਵੀ ਮਸਲਾ ਹੁੰਦਾ ਹੈ, ਜਿਹਦੀ ਵਜ੍ਹਾ ਤੋਂ ਸਾੜੂ ਹੁੰਦਾ ਹੈ। ਅਤੇ ਫਾਰਮਰ ਜਿਹੜਾ ਹੈਗਾ ਉਹਦਾ ਬੜਾ ਮਾਸ਼ੀ ਨੁਕਸਾਨ ਕਰਦਾ ਸਾੜੂ। ਅੱਜ ਕੱਲ੍ਹ ਜਿਹੜਾ ਸਾੜੂ ਹੋ ਰਿਹਾ ਉਹਦੇ ਵਿੱਚ ਬਲੱਡ ਵੀ ਆ ਰਿਹਾ ਅਤੇ ਪ੍ਰੇਸ਼ਾ ਵੀ ਆ ਰਿਹਾ ਹੈ। मैं डॉक्टर गुलाम रसूल ਤੁਹਾਨੂੰ ਅੱਜ ਦੱਸਾਂਗਾ ਕਿ ਸਭ ਤੋਂ ਪਹਿਲੇ ਤੇ ਦੱਸਾਂਗਾ ਕਿ ਮਸਟਾਈਟਸ ਦਾ ਜਨਰਲ ਟ੍ਰੀਟਮੈਂਟ ਕਰਨਾ ਕੀ ਹੈ। ਉਸ ਤੋਂ ਬਾਅਦ ਸਪੈਸੀਫਿਕ ਟ੍ਰੀਟਮੈਂਟ ਦੱਸਾਂਗਾ। ਜਨਰਲ ਟ੍ਰੀਟਮੈਂਟ ਇਹ ਹੈ ਕਿ ਸਾੜੂ ਨੂੰ ਜਦੋਂ ਤੁਸੀਂ ਕੰਟਰੋਲ ਕਰਨਾ ਹੈ ਨਾ, ਤੇ ਜਿਹੜਾ ਅਫੈਕਟਿਡ ਥਨ ਹੈਗਾ ਤੁਸੀਂ ਉਹਨੂੰ ਸਭ ਤੋਂ ਆਖਰ ਤੇ ਚੋਣਾ ਹੈ। ਪਹਿਲੇ ਸਾਫ਼ ਥਨ, ਹੈਲਦੀ ਥਨ ਚੋ ਲੈਣੇ ਨੇ, ਜਾਂ ਪਹਿਲੇ ਸਭ ਤੋਂ ਪਹਿਲੇ ਜਿਹੜੇ ਹੈਲਦੀ ਜਾਨਵਰ ਨੇ ਉਹ ਚੋਵੋ, ਆਖਰ ਤੇ ਜਾ ਕੇ ਅਫੈਕਟਿਡ ਜਾਨਵਰ ਚੋਵੋ। ਇਸ ਤੋਂ ਇਲਾਵਾ ਜਿਹੜਾ ਹੈਗਾ ਜਾਨਵਰ ਜਿਹੜੇ ਥਨ ਹੈਗੇ ਨੇ ਅਫੈਕਟਿਡ, ਉਹਨੂੰ ਆਖਰ ਤੇ ਚੋਣਾ ਹੈ। ਉਸ ਤੋਂ ਬਾਅਦ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਜਿਹੜਾ ਥਨ ਖਰਾਬ ਹੈ ਨਾ, ਉਹਦੀ 3 ਤੋਂ 4 ਵਾਰੀ ਰੋਜ਼ਾਨਾ ਸਫਾਈ ਕਰਨੀ ਹੈ। ਇਸ ਤੋਂ ਇਲਾਵਾ ਤੁਸੀਂ ਇਸ ਤਰ੍ਹਾਂ ਕਰਨਾ ਹੈ ਕਿ ਉਸ ਜਾਨਵਰ ਨੂੰ ਜਿਹਨੂੰ ਤੁਸੀਂ ਟੀਕੇ ਸ਼ੀਕੇ ਲਾ ਰਹੇ, ਜੇ ਸਾੜੂ ਹੈ ਬਿਲਕੁਲ ਠੀਕ ਕਰ ਰਹੇ ਹੋ, ਲੇਕਿਨ ਉਹਦੇ ਜਿਹੜੇ ਥਨਾਂ ਵਿੱਚ ਦਵਾਈ ਵੀ ਤੁਸੀਂ 2 ਟਾਈਮ ਚੜਾਉਣੀ ਹੈ, ਅਤੇ ਉਹ ਸਾੜੂ ਤੁਹਾਡਾ ਵਾਕਈ ਜਲਦੀ ਕੰਟਰੋਲ ਹੋਏਗਾ। ਹੁਣ ਜਿਹੜਾ ਖੂਨ ਵਾਲਾ ਬਲੱਡੀ ਸਾੜੂ ਹੈ ਜਾਂ ਪੀਪ ਵਾਲਾ, ਉਹਦੇ ਵਾਸਤੇ ਅਸੀਂ ਟਾਈਲੋਸੀਨ ਇਸਤੇਮਾਲ ਕਰ ਲੈਂਦੇ ਹਾਂ, ਜੈਂਟਾਮਾਈਸੀਨ ਇਸਤੇਮਾਲ ਕਰ ਲੈਂਦੇ ਹਾਂ, ਕੋਲਿਸਟੀਨ ਸਲਫੇਟ ਇਸਤੇਮਾਲ ਕਰ ਲੈਂਦੇ ਹਾਂ। लेकिन ये है कि मुख्तलिफ टीके इस्तेमाल करना ज़रा मुश्किल हो जाता है। लेकिन अजकल मुख्तलिफ कंपनियां ने अपने जोड़े हैं ब्रांड बनाए ने जिन्होंने 2-3 एंटीबायोटिक मिक्स है ने, जिस तरह एक TG65 है, मैं इस्तेमाल कराना, फील्ड इस्तेमाल कराना, अपने फार्म से भी इस्तेमाल करना, बड़ा अच्छा रिजल्ट है इनका साड़ू विच। और स्पैसिफिक जोड़ा है ना बलड्डी मस्टाइटिस जिन्हें ब्लड आता है या जिन्हें रेशा पीप आता, उन्हें टाइलोसीन हैगी। टाइलोसीन बहुत जबरदस्त इन परफॉर्म करती है। तो इन 3 एंटीबायोटिक ने, तीनों मिल के काम करदियां ने, इन्हां दा इफैक्ट दुगना तिगना हो जाता है। TG65 असीं इस्तेमाल करने हैं फील्ड फार्मर तकरीबन 3 दिन 5 दिन। तो जोड़ा भी साड़ू होंदा है, जो तुहानूं दस्सिया है साड़ू, ਉਹਦੇ ਵਿੱਚ तमाम जो ਹੈਗੇ ਨੇ ਸਾਈਨਸ, ਸਿੰਪਟਮਸ, तमाम किस्म ਦਾ ਇਨਫੈਕਸ਼ਨ ਉਹ ਖਤਮ ਹੋ ਜਾਂਦਾ ਹੈ। ਜੀ ਸ਼ੁਕਰੀਆ ਡਾਕਟਰ ਸਾਹਿਬ। ਲੇਕਿਨ ਇੱਕ ਸਵਾਲ ਹੈ, ਫਾਰਮਰ ਅਕਸਰ ਜਿਹੜੇ ਫੀਲਡ ਦੇ ਵਿੱਚ ਸਾਡੇ ਕੋਲ ਪੁੱਛਦੇ ਨੇ ਕਿ ਜਦੋਂ ਸਾੜੂ ਵਾਸਤੇ ਇੰਜੈਕਸ਼ਨ ਲਗਾਉਂਦੇ ਆ ਤੇ ਦੁੱਧ ਦੇਣ ਵਾਲਾ ਜਾਨਵਰ ਦੁੱਧ ਸੁਕਾ ਜਾਂਦਾ, ਆਇਆ ਕਿ ਇਹ ਕਨਸੈਪਟ ਇਹਨਾਂ ਇੰਜੈਕਸ਼ਨਾਂ 'ਚ ਵੀ ਹੈ ਜਾਂ ਇਹ ਬਿਹਤਰ ਨੇ ਉਹਨਾਂ ਤੋਂ? ਜਿਹੜੇ ਅਸਲ ਆਮ ਤੌਰ 'ਤੇ ਹੁੰਦਾ ਹੈ ਕਿ ਜਦੋਂ ਥਣ 'ਤੇ ਸੋਜ ਆਉਂਦੀ ਹੈ ਨਾ, ਅਤੇ ਕੁਛ ਫਿਰ ਲੋਕ ਫਾਰਮਰ ਵੀ ਜਲਦੀ ਕਰਦੇ ਨੇ ਅਤੇ ਕੁਛ ਪ੍ਰੈਕਟੀਸ਼ਨਰ ਵੀ ਜਲਦੀ ਕਰਨੇ ਨੇ। ਉਹਦੇ ਵਿੱਚ ਉਹ ਇਸ ਤਰ੍ਹਾਂ ਸਟੀਰਾਇਡ ਦਾ ਇਸਤੇਮਾਲ ਕਰਦੇ ਨੇ। ਸਟੀਰਾਇਡ ਦੇ ਇਸਤੇਮਾਲ ਕਰਨ ਦੀ ਵਜ੍ਹਾ ਤੋਂ ਜਾਨਵਰ ਜਿਹੜਾ ਹੈਗਾ ਉਹ ਦੁੱਧ ਸੁਕਾ ਜਾਂਦਾ। ਲੇਕਿਨ ਇਹ ਐਂਟੀਬਾਇਓਟਿਕ ਹੈ, ਇਹਦੇ ਵਿੱਚ ਦੁੱਧ ਸੁਕਾਉਣ ਦਾ ਕੋਈ ਮੇਰੇ ਐਕਸਪੀਰੀਅੰਸ ਵਿੱਚ ਕੋਈ ਨਹੀਂ ਆਇਆ। ਲੇਕਿਨ ਅਗਰ ਫਿਰ ਵੀ ਤੁਸੀਂ ਸੇਫ ਸਾਈਡ 'ਤੇ ਰਹਿਣਾ ਹੈ ਤਾਂ ਨਾਲ ਤੁਸੀਂ ਇਹਦੇ ਕੋਈ ਨਾ ਟੋਨਿਕ ਦੇ ਸਕਦੇ ਹੋ, ਮਤਲਬ ਮਲਟੀ ਵਾਈਟਾਮਿਨ ਦੇ ਸਕਦੇ ਹੋ, ਜਾਂ ਫਿਰ ਤੁਸੀਂ ਅੱਜ ਕੱਲ੍ਹ ਓਰਲ ਟੋਨਿਕਸ ਵੀ ਆਏ ਨੇ, ਜਿਸ ਤਰ੍ਹਾਂ ਵੀਟਾ ਅਡਰ ਐਚ ਹੈ, ਉਹ ਵੀ ਤੁਸੀਂ ਪਿਲਾ ਸਕਦੇ ਹੋ। ਦੁੱਧ ਜ਼ਿਆਦਾ ਕਰੇਗਾ। ਅਤੇ ਇਸ ਤਰੀਕੇ ਨਾਲ ਵੈਸੇ ਦੁੱਧ ਸੁੱਕਦਾ ਨਹੀਂ ਹੈ। ਅਗਰ ਤੁਹਾਡਾ ਕੋਈ ਸ਼ੱਕ ਹੋਵੇ ਤਾਂ ਤੁਸੀਂ ਨਾਲ ਟੋਨਿਕ ਇਸਤੇਮਾਲ ਕਰ ਸਕਦੇ ਜੀ। ਜੀ ਸ਼ੁਕਰੀਆ। ਉਮੀਦ ਕਰਦਾ ਫਾਰਮਰ ਹਜ਼ਰਾਤ ਨੂੰ ਇਹ ਗੱਲ ਸਮਝ ਆ ਗਈ ਹੋਣੀ। ਲੇਕਿਨ ਅਗਰ ਗੱਲ ਕਰੀਏ ਆਪਾਂ ਦੇਸੀ ਤਰੀਕੇ ਦੀ, ਤੇ ਫਾਰਮਰ ਨੂੰ ਚਾਹੀਦਾ ਹੈ ਕਿ ਜਿਸ ਵਕਤ ਥਣਾਂ ਦੇ ਵਿੱਚੋਂ ਪਸ ਫੁੱਟੀਆਂ ਆਉਣਾ ਸ਼ੁਰੂ ਹੋ ਜਾਏ, ਸਟਾਰਟਿੰਗ ਸਟੇਜ ਹੋਵੇ, ਤੇ ਫਾਰਮਰ ਨੂੰ ਉਸੇ ਟਾਈਮ ਐਕਸ਼ਨ ਲੈਣਾ ਚਾਹੀਦਾ। ਕੋਈ ਨਾ ਕੋਈ ਚੀਜ਼ ਉਹਦੇ ਹੱਲ ਵਾਸਤੇ ਦੇਣੀ ਚਾਹੀਦੀ। ਖਾਸ ਕਰ ਜਿਸ ਤਰ੍ਹਾਂ ਕਿ 7 ਲੀਮੂ, ਟਿਕਰੀ ਨਿਸ਼ਾਦਰ, ਸ਼ੀਸ਼ਾ ਨਮਕ, ਸਫੈਦ ਜ਼ੀਰਾ, ਇਹ तमाम ਚੀਜ਼ਾਂ ਤੁਸੀਂ ਅਦਦ ਪਾਓ ਲੈ ਕੇ ਕੁੱਟ ਕੇ ਮਿਕਸ ਕਰਕੇ 4 ਖੁਰਾਕਾਂ ਬਣਾਓ। ਇੱਕ ਖੁਰਾਕ ਨੂੰ ਪਾਈਆ ਚੀਨੀ ਦੇ ਵਿੱਚ ਐਡ ਕਰਕੇ ਜਾਨਵਰ ਨੂੰ ਇਸਤੇਮਾਲ ਕਰਾਓ। ਇਹ ਅਮਲ ਤੁਸੀਂ 4 ਦਿਨ ਕਰੋ ਤੇ ਨਾਲ ਤੁਸੀਂ ਇਹ ਇੰਜੈਕਸ਼ਨ ਲਗਾਓ ਤੇ ਇਨਸ਼ਾਅੱਲਾ ਤੁਸੀਂ ਵੇਖੋਗੇ ਤੁਹਾਡਾ ਜਾਨਵਰ ਬਿਹਤਰ ਹੋਏਗਾ। ਨਾਲ
ਇੱਕ ਬਿਹਤਰੀਨ ਓਰਲ ਸਸਪੈਂਸ਼ਨ ਹੈ, ਇਹ ਤੁਸੀਂ ਇਸਤੇਮਾਲ ਕਰਾਓ ਤੇ ਮਸਟਾਈਟਸ ਬਹੁਤ ਜਲਦੀ ਠੀਕ ਹੋ ਜਾਏਗਾ, ਜਿਹਦੇ ਨਾਲ ਫਾਰਮਰ ਨੂੰ ਫਾਇਦਾ ਹੋਏਗਾ ਨਾ ਕਿ ਨੁਕਸਾਨ। ਕਿਉਂਕਿ ਅਗਰ ਜਾਨਵਰ ਦਾ ਥਾਣਾ ਵਾਣਾ ਖਰਾਬ ਹੋ ਜਾਏ ਤੇ ਜਾਨਵਰ ਦੀ ਕੀਮਤ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ, ਜਿਹਦੀ ਵਜ੍ਹਾ ਤੋਂ ਫਾਰਮਰ ਨੂੰ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਅਕਸਰ ਸ਼ੌਕੀਨ ਜਾਨਵਰ, ਖੂਬਸੂਰਤ ਜਾਨਵਰ ਲੈ ਕੇ ਆਉਂਦੇ, ਕੀਮਤੀ ਜਾਨਵਰ ਲੈ ਕੇ ਆਉਂਦੇ, ਲੇਕਿਨ ਉਹ ਮਸਟਾਈਟਸ ਦੀ ਵਜ੍ਹਾ ਤੋਂ ਉਹਨੂੰ ਸੇਲ ਕਰਨਾ ਪੈਂਦਾ ਤੇ ਉਹਦਾ ਸ਼ੌਕ ਤਕਰੀਬਨ ਖਤਮ ਹੋ ਜਾਂਦਾ। ਇਹ ਅਮਲ ਕਰੋ, ਇਨਸ਼ਾਅੱਲਾ ਤੁਹਾਡਾ ਸ਼ੌਕ ਵੀ ਬਚਾ ਰਹੇਗਾ, ਤੁਹਾਨੂੰ ਪ੍ਰੋਫਿਟ ਵੀ ਹੋਏਗਾ। ਉਮੀਦ ਕਰਦਾ ਵੀਡੀਓ ਅੱਛੀ ਲੱਗੀ ਹੋਣੀ, ਸ਼ੇਅਰ ਕਰੋ ਤਾਂ ਕਿ ਦੂਸਰੇ ਲੋਕ ਵੇਖ ਕੇ फ़ायदा हासिल ਕਰਨ। शुक्रिया।